ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਾਨੂੰ ਜਿੰਨਾ ਚਿਰ ਟੋਪੀ ਪੱਗ ਤੇ ਬੋਦੀ ਦਿਸਦੀ ਰਹੀ ਨਾ ਅਸੀਂ ਇੱਕ ਨਹੀਂ ਹੋ ਸਕਦੇ। ਪਹਿਲ ਕਦਮੀ ਇਹ ਨਹੀਂ ਸੋਚਣਾ ਕਿ ਉਹ ਕਰੇ ਜੇ ਇਹ ਤਾਂ ਸੋਚਦੇ ਰਹੇ ਹਾਂ ਪਿਛਲੇ 60 ਸਾਲ ਲੰਘ ਗਏ ਸਾਨੂੰ ਇਸੇ ਚੱਕਰ 'ਚ ਤਾਂ ਮਰੇ ਅਸੀਂ ਕਿਉਂਕਿ ਸੋਚਦੇ ਰਹੇ ਵੀ ਉਹ ਕਰ ਲੂਗਾ ਜਾਂ ਉਹ ਕਰ ਲੂਗਾ ਅਸੀਂ ਆਪ ਨਹੀਂ ਕੀਤਾ। ਕੋਈ ਵੀ ਮਸਲਾ ਤੁਸੀਂ ਲਾ ਲਓ ਚਾਹੇ ਸ਼੍ਰੋਮਣੀ ਕਮੇਟੀ ਦਾ ਲਾ ਲਓ ਚਾਹੇ ਸਿੱਖ ਸਿਆਸਤ ਦਾ ਲਾ ਲਓ ਚਾਹੇ ਪੰਜਾਬ ਦੀ ਸਿਆਸਤ ਦਾ ਲਾ ਲਓ ਸਾਨੂੰ ਲੱਗਿਆ ਸਾਨੂੰ ਕੀ ਸਾਡਾ ਕੀ ਵਾਹ ਵਾਸਤਾ ਹੈ। ਜਿਹੜਾ ਪੰਜਾਬ ਦਾ ਹੁਣ ਦਾ ਨੌਜਵਾਨ ਹੈ ਨਾ ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੈ, ਉਹਦੇ ਮਨ 'ਚ ਵਹਿਮ ਹੈ ਕਿ ਹੱਕਾਂ ਦੀ ਗੱਲ ਕਰਨੀ ਇਹ ਇਲੀਗਲ ਹੈ, ਸਿਸਟਮ ਦੇ ਖਿਲਾਫ ਜਾਣਾ ਇਹ ਇਲੀਗਲ ਹੈ। ਹੱਕ ਦੀ ਗੱਲ ਕਰਨੀ ਕਿਤੇ ਇਲੀਗਲ ਹੋ ਸਕਦੀ ਹੈ, ਜੁਰਮ ਹੋ ਸਕਦਾ ਜੇ ਇਹ ਜੁਰਮ ਹੈ ਤੇ ਫਿਟੇ ਮੂੰਹ ਇਹੋ ਜਿਹੇ ਦੇਸ਼ ਦਾ, ਇਹੋ ਜਿਹੀ ਸੁਸਾਇਟੀ ਦਾ, ਇਹੋ ਜਿਹੇ ਸਿਸਟਮ ਦਾ ਸਿੱਧੇ ਤੌਰ ਤੇ ਮੈਂ ਲਾਂਤ ਪਾਉਣਾ ਇਹੋ ਜਿਹੇ ਸਿਸਟਮ ਤੇ ਜਿਹੜਾ ਤੁਹਾਨੂੰ ਤੁਹਾਡੇ ਹੱਕ ਦੇਣ ਤੇ ਗਰੇਜ਼ ਕਰਦਾ ਹੈ। ਚਾਹੁੰਦੇ ਨੇ ਕਿ ਤੁਸੀਂ ਆਪਸ ਦੇ ਵਿੱਚ ਲੜੋ ਕਿਉਂਕਿ ਤੁਹਾਡੇ ਲੜਨ ਨਾਲ ਉਹਨਾਂ ਦੇ ਬਹੁਤ ਵੱਡੇ ਫਾਇਦੇ ਨੇ। ਜਦੋਂ ਵੀ ਕੋਈ ਸਟੇਟ ਅੰਡਰ ਟੈਰਰਿਜ਼ਮ ਹੁੰਦੀ ਹੈ ਸੈਂਟਰ ਦੇ ਬਹੁਤ ਸਾਰੇ ਕਰਜ਼ੇ ਮਾਫ ਹੋ ਜਾਂਦੇ ਨੇ ਵਰਲਡ ਬੈਂਕ ਤੋਂ। ਇਸ ਗੱਲ ਨੂੰ ਦਿਮਾਗ 'ਚ ਰੱਖੋ। ਸੋ ਇਸ ਕਰਕੇ ਬੰਦੂਕ ਨੂੰ ਸੋਟੇ ਨੂੰ ਹੱਥ ਪਾਉਣ ਤੋਂ ਪਹਿਲਾਂ ਕਿਤਾਬ ਨੂੰ ਹੱਥ ਪਾਉਣਾ, ਕਲਮ ਨੂੰ ਹੱਥ ਪਾਉਣਾ ਸਿੱਖੋ। ਇੰਨੇ ਕੁ ਰੋਸ਼ਨ ਜ਼ਮੀਰ ਹੋ ਜਾਓ ਕਿ ਤੁਸੀਂ ਆਪਣੀ ਗੱਲ ਵਰਲਡ ਪੋਲਿਟਿਕਸ ਵਿੱਚ ਰੱਖੋ, ਆਪਣੀ ਗੱਲ UNO ਦੇ ਵਿੱਚ ਜਾ ਕੇ ਰੱਖੋ। ਕਿਉਂ ਨਾ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਸਾਡੇ 'ਚ ਘਾਟ ਹੈ ਯਾਰ। ਅਨੰਦਪੁਰ ਸਾਹਿਬ ਦੇ ਜੇ ਮਤੇ ਪੜ੍ਹੀਏ ਤਾਂ ਸਾਫ਼ ਤੌਰ ਤੇ ਜ਼ਾਹਿਰ ਹੁੰਦਾ ਕਿ ਇਹ ਮੰਗਾਂ ਯਾਰ ਸਾਂਝੀਆਂ ਸੀ, ਸਾਂਝੇ ਪੰਜਾਬ ਦੀਆਂ ਸੀ। 18ਵਾਂ ਮਤਾ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ, ਉਹਦੇ 'ਚ ਇੱਕ ਗੱਲ ਸੀ ਕਿ ਕਿਸੇ ਵੀ ਔਰਤ ਦਾ ਕੋਈ ਵੀ ਜ਼ੁਲਮ ਹੋਵੇ ਉਹਨੂੰ ਥਾਣੇ 'ਚ ਨਹੀਂ ਰੱਖਿਆ ਜਾ ਸਕਦਾ। ਦੱਸੋ ਤੁਹਾਨੂੰ ਲੱਗਦਾ ਕਿ ਇਹ ਮੰਗ ਸਿੱਖਾਂ ਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਮੰਗ ਹਿੰਦੂਆਂ ਦੀ ਹੈ? ਇਹ ਸਾਂਝੀ ਮੰਗ ਸੀ, ਔਰਤਾਂ ਇਕੱਲਾਂ ਸਿੱਖਾਂ ਦੀਆਂ ਹੀ ਹੈ। ਜੇ ਤੁਸੀਂ ਕਲਮ ਦਾ ਜਵਾਬ ਪੱਥਰ ਨਾਲ ਦਿਓਗੇ ਤਾਂ ਤੁਹਾਨੂੰ ਟੈਰਰਿਸਟ ਕਹਿਣਗੇ। ਕਲਮ ਦਾ ਜਵਾਬ ਕਲਮ ਨਾਲ ਦੇਣਾ ਸਿੱਖੋ। ਜਿੱਦਣ ਇਹ ਟਾਉਗੀ ਉਦੋਂ ਪੱਥਰ ਨਾਲ ਵੀ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ, ਨਮਸਤੇ। ਮੇਰੀ ਬੇਨਤੀ ਇਹ ਆ, ਮੈਂ ਹੁਣੇ ਨਾ ਥੋੜੀ ਦੇਰ ਪਹਿਲਾਂ ਦੇਖ ਰਿਹਾ ਸੀਗਾ ਕਿ ਇੱਥੇ ਬੋਤਲਾਂ ਬਹੁਤ ਖਿਲ ਰਹੀਆਂ ਹੋਈਆਂ ਪਰ ਕੋਈ ਵੀ ਨੌਜਵਾਨ ਪਹਿਲ ਕਦਮੀ ਕਰ ਨਹੀਂ ਰਿਹਾ ਉਹਨਾਂ ਨੂੰ ਚੁੱਕਣ ਵਾਸਤੇ। ਇਹ ਗੱਲ ਸੋਚਣ ਦੀ ਦੇਰ ਸੀ ਕਿ ਮੁਹਿੰਮ ਸ਼ੁਰੂ ਹੋ ਗਈ। ਕਈ ਵਾਰੀ ਕੁਦਰਤ ਤੁਹਾਨੂੰ ਥਾਟ ਦਿੰਦੀ ਹੈ ਤੇ ਥਾਟ ਤੋਂ ਬਾਅਦ ਨਾਲ ਹੀ ਉਹਦੇ ਉੱਤੇ ਕੰਮ ਸ਼ੁਰੂ ਹੋ ਜਾਂਦਾ ਹੈ। ਸੋ ਇਦਾਂ ਦਾ ਥਾਟ ਪ੍ਰੋਸੈਸ ਸਾਰੇ ਲੈ ਕੇ ਚੱਲੋ। ਪਹਿਲ ਕਦਮੀ ਇਹ ਨਹੀਂ ਸੋਚਣਾ ਕਿ ਉਹ ਕਰੇ ਜੇ ਇਹ ਤਾਂ ਸੋਚਦੇ ਰਹੇ ਹਾਂ ਪਿਛਲੇ 60 ਸਾਲ ਲੰਘ ਗਏ ਸਾਨੂੰ ਇਸੇ ਚੱਕਰ 'ਚ ਤਾਂ ਮਰੇ ਅਸੀਂ ਕਿਉਂਕਿ ਸੋਚਦੇ ਰਹੇ ਵੀ ਉਹ ਕਰ ਲੂਗਾ ਜਾਂ ਉਹ ਕਰ ਲੂਗਾ ਅਸੀਂ ਆਪ ਨਹੀਂ ਕੀਤਾ। ਅਸੀਂ ਜੇ ਕੋਈ ਵੀ ਮਸਲਾ ਤੁਸੀਂ ਲਾ ਲਓ ਚਾਹੇ ਸ਼੍ਰੋਮਣੀ ਕਮੇਟੀ ਦਾ ਲਾ ਲਓ ਚਾਹੇ ਸਿੱਖ ਸਿਆਸਤ ਦਾ ਲਾ ਲਓ ਚਾਹੇ ਪੰਜਾਬ ਦੀ ਸਿਆਸਤ ਦਾ ਲਾ ਲਓ ਸਾਨੂੰ ਲੱਗਿਆ ਸਾਨੂੰ ਕੀ ਸਾਡਾ ਕੀ ਵਾਹ ਵਾਸਤਾ ਹੈ। ਪਰ ਕੰਗ੍ਰੈਚੁਲੇਸ਼ਨਸ ਟੂ ਯੂ ਕਿ ਅੱਜ ਐਟਲੀਸਟ ਅਸੀਂ ਇੱਕ ਮੁੱਦੇ ਦੇ ਉੱਤੇ ਇਕੱਠੇ ਹਾਂ। ਬਹੁਤ ਸ਼ਲਾਘਾਯੋਗ ਕਦਮ ਹੈ ਕਿ ਇਹ ਮਸਲਾ ਨਾ ਕਿਸੇ ਜਾਤੀ ਦਾ ਹੈ ਨਾ ਕਿਸੇ ਧਰਮ ਦਾ ਹੈ, ਇਹ ਸਾਂਝੇ ਪੰਜਾਬ ਦਾ ਮਸਲਾ ਹੈ। ਆਪਾਂ ਹੁਣ ਤੱਕ ਇਸੇ ਕਰਕੇ ਹੀ ਇਹ ਸੰਤਾਪ ਹੋ ਗਿਆ ਕਿਉਂਕਿ ਸਾਡੇ ਦਿਮਾਗ 'ਚ ਕਿਤੇ ਨਾ ਕਿਤੇ ਬਾਤ ਹੈ ਕਿ ਯਾਰ ਆ ਤਾਂ ਟੀਚਰਾਂ ਦਾ ਮਸਲਾ ਹੈ ਸਾਨੂੰ ਕੀ, ਆ ਤਾਂ ਹਿੰਦੂਆਂ ਦਾ ਮਸਲਾ ਹੈ ਸਾਨੂੰ ਕੀ, ਆ ਸਿੱਖਾਂ ਦਾ ਮਸਲਾ ਹੈ ਸਾਨੂੰ ਕੀ। ਅਸੀਂ ਇਹ ਨਹੀਂ ਸਮਝਿਆ ਵੀ ਉਹ ਵੀ ਸਾਡੇ ਨੇ, ਉਹ ਸਾਡੇ ਵਿੱਚੋਂ ਹੀ ਨੇ। ਅਸੀਂ ਇਹ ਗੱਲ ਤੋਂ ਕੋਸਾਂ ਦੂਰ ਬੈਠੇ ਰਹੇ। ਪਰ ਵਧੀਆ ਗੱਲ ਇਹ ਕਿ ਅਸੀਂ ਅੱਜ ਇਕੱਠੇ ਹਾਂ। ਹਮੇਸ਼ਾ ਹੀ ਇਹ ਗੱਲ ਹੋਈ ਹੈ ਕਿ ਸਾਡੇ ਵਿੱਚ ਵਿਤਕਰਾ ਪਾ ਕੇ ਉਹਨਾਂ ਨੇ ਤਮਾਸ਼ਾ ਦੇਖਿਆ। ਸੋ ਉਸ ਵਿਤਕਰੇ ਤੋਂ ਬਚਣ ਦੀ ਲੋੜ ਹੈ। ਮੈਂ ਇੱਥੇ ਗੱਲ ਕਰਦਾ ਹਾਂ ਅਨੰਦਪੁਰ ਸਾਹਿਬ ਦੇ ਮਤੇ ਦੀ। ਕੀ ਤੁਸੀਂ ਇੰਨੇ ਨੌਜਵਾਨ ਬੈਠੇ ਹੋ 18 ਮਤੇ ਪੜ੍ਹੇ ਨੇ ਤੁਸੀਂ ਸਾਰੇ ਦੇ? ਪੜ੍ਹੇ ਨੇ? ਜਿਨ੍ਹਾਂ ਨੇ ਪੜ੍ਹੇ ਨੇ ਹੱਥ ਖੜੇ ਕਰਿਓ। ਭਾਜੀ ਉਹਨਾਂ ਨੇ ਹੱਥ ਖੜਾ ਕੀਤਾ। ਦੇਖੋ ਰੇਸ਼ੋ ਦੇਖੋ ਕਿੰਨੇ ਘੱਟ ਲੋਕਾਂ ਨੇ ਪੜ੍ਹੇ ਨੇ। ਕਿਉਂ ਨਹੀਂ ਪੜ੍ਹੇ ਅਸੀਂ? ਕਿਉਂਕਿ ਸਾਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਦੇਰ ਇਜ਼ ਸਮਥਿੰਗ ਇਲੀਗਲ। ਜਿਹੜਾ ਪੰਜਾਬ ਦਾ ਹੁਣ ਦਾ ਨੌਜਵਾਨ ਹੈ ਨਾ ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੈ, ਉਹਦੇ ਮਨ 'ਚ ਵਹਿਮ ਹੈ ਕਿ ਹੱਕਾਂ ਦੀ ਗੱਲ ਕਰਨੀ ਇਹ ਇਲੀਗਲ ਹੈ, ਸਿਸਟਮ ਦੇ ਖਿਲਾਫ ਜਾਣਾ ਇਹ ਇਲੀਗਲ ਹੈ। ਹੱਕ ਦੀ ਗੱਲ ਕਰਨੀ ਕਿਤੇ ਇਲੀਗਲ ਹੋ ਸਕਦੀ ਹੈ, ਜੁਰਮ ਹੋ ਸਕਦਾ ਜੇ ਇਹ ਜੁਰਮ ਹੈ ਤੇ ਫਿਟੇ ਮੂੰਹ ਇਹੋ ਜਿਹੇ ਦੇਸ਼ ਦਾ, ਇਹੋ ਜਿਹੀ ਸੁਸਾਇਟੀ ਦਾ, ਇਹੋ ਜਿਹੇ ਸਿਸਟਮ ਦਾ ਸਿੱਧੇ ਤੌਰ ਤੇ ਮੈਂ ਲਾਂਤ ਪਾਉਣਾ ਇਹੋ ਜਿਹੇ ਸਿਸਟਮ ਤੇ ਜਿਹੜਾ ਤੁਹਾਨੂੰ ਤੁਹਾਡੇ ਹੱਕ ਦੇਣ ਤੇ ਗਰੇਜ਼ ਕਰਦਾ ਹੈ।
ਪਹਿਲੀ ਗੱਲ, ਆਪਣੇ ਦਿਮਾਗਾਂ ਨੂੰ ਰੌਸ਼ਨ ਕਰੋ, ਆਪਣੇ ਜ਼ਮੀਰਾਂ ਨੂੰ ਰੌਸ਼ਨ ਕਰੋ, ਜਾਗੋ ਤੇ ਸਮਝੋ ਹੱਕ ਕਿੱਥੇ ਖੋਏ ਗਏ ਨੇ ਤੇ ਲੈਣੇ ਕਿੱਦਾਂ। ਆ ਮੇਰਾ ਮੁਸਲਮਾਨ ਭਰਾ ਖੜਾ ਹੈ, ਮੈਨੂੰ ਮੁਹੱਬਤ ਹੁੰਦੀ ਹੈ ਇਹਨਾਂ ਨਾਲ, ਇਹਨਾਂ ਨੂੰ ਦੇਖਦਾ। ਉਸਮਾਨ ਸਾਹਿਬ ਇੱਥੇ ਨੇ ਜੇ ਚਲੇ ਗਏ, ਉਸਮਾਨ ਸਾਹਿਬ ਪਿੱਛੇ ਨੇ। ਉਸਮਾਨ ਸਾਹਿਬ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਐਂ ਜੀ ਕਰਦਾ ਸੀ ਵੀ ਮੈਂ ਜੱਫੀ ਖੋਲਾਂ ਨਾ ਯਾਰ, ਇਸ ਬੰਦੇ ਨਾਲ ਗੱਲ ਲੱਗਾ ਰਵਾਂ, ਕਿਉਂਕਿ ਸਪਿਰਿਚੁਅਲਿਜ਼ਮ ਦੀ ਗੱਲ ਕਰਦੇ ਨੇ, ਇਕਤਾ ਦੀ ਗੱਲ ਕਰਦੇ ਨੇ। ਸਾਨੂੰ ਜਿੰਨਾ ਚਿਰ ਟੋਪੀ ਪੱਗ ਤੇ ਬੋਦੀ ਦੇਸਦੀ ਰਹੀ ਨਾ, ਅਸੀਂ ਇੱਕ ਨਹੀਂ ਹੋ ਸਕਦੇ। ਹੁਣ ਵੀ ਜਿਸ ਮੁੱਦੇ ਤੇ ਅਸੀਂ ਇਕੱਠੇ ਹੋਏ, ਇੱਥੇ ਇਹ ਕਿਹਾ ਗਿਆ ਕਿ ਇਹ ਹਿੰਦੂ ਵਿਰੋਧੀ ਹੈ। ਮੇਰੇ ਹਿੰਦੂ ਵੀਰ ਬੈਠੇ ਹੋਣਗੇ ਇੱਥੇ, ਤੁਹਾਨੂੰ ਲੱਗਿਆ ਕਿਤੇ ਹਿੰਦੂ ਵਿਰੋਧੀ ਹੈ? ਆਪਣੇ ਹੋਣ ਦਾ, ਇੱਥੇ ਬੈਠੇ ਹੋਣ ਦਾ, ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਹੋਏ ਮੈਨੂੰ ਦੱਸੋ, ਤੁਹਾਨੂੰ ਲੱਗਿਆ ਕਿ ਅਸੀਂ ਤੁਹਾਡੇ ਨਾਲ ਵਿਤਕਰਾ ਕੀਤਾ ਹੈ ਕਿਤੇ? ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਗੱਲ ਨੂੰ ਬਾਰ-ਬਾਰ ਮੈਂ ਕਹਿੰਦਾ ਕਿ ਤੁਹਾਨੂੰ ਵੰਡ ਕੇ ਤਮਾਸ਼ਾ ਦੇਖਦੇ ਨੇ, ਚਾਹੁੰਦੇ ਨੇ ਕਿ ਤੁਸੀਂ ਆਪਸ ਦੇ ਵਿੱਚ ਲੜੋ, ਕਿਉਂਕਿ ਤੁਹਾਡੇ ਲੜਨ ਨਾਲ ਉਹਨਾਂ ਦੇ ਬਹੁਤ ਵੱਡੇ ਫਾਇਦੇ ਨੇ। ਜਦੋਂ ਵੀ ਕੋਈ ਸਟੇਟ ਅੰਡਰ ਟੈਰਰਿਜ਼ਮ ਹੁੰਦੀ ਹੈ, ਸੈਂਟਰ ਦੇ ਬਹੁਤ ਸਾਰੇ ਕਰਜ਼ੇ ਮਾਫ ਹੋ ਜਾਂਦੇ ਨੇ ਵਰਲਡ ਬੈਂਕ ਤੋਂ। ਇਸ ਗੱਲ ਨੂੰ ਦਿਮਾਗ 'ਚ ਰੱਖੋ। ਸੋ ਇਸ ਕਰਕੇ ਬੰਦੂਕ ਨੂੰ, ਸੋਟੇ ਨੂੰ ਹੱਥ ਪਾਉਣ ਤੋਂ ਪਹਿਲਾਂ ਕਿਤਾਬ ਨੂੰ ਹੱਥ ਪਾਉਣਾ, ਕਲਮ ਨੂੰ ਹੱਥ ਪਾਉਣਾ ਸਿੱਖੋ। ਇੰਨੇ ਕੁ ਰੋਸ਼ਨ ਜ਼ਮੀਰ ਹੋ ਜਾਓ ਕਿ ਤੁਸੀਂ ਆਪਣੀ ਗੱਲ ਵਰਲਡ ਪੋਲਿਟਿਕਸ ਵਿੱਚ ਰੱਖੋ, ਆਪਣੀ ਗੱਲ UNO ਦੇ ਵਿੱਚ ਜਾ ਕੇ ਰੱਖੋ। ਕਿਉਂ ਨਾ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਸਾਡੇ 'ਚ ਘਾਟ ਹੈ ਯਾਰ। ਅਸੀਂ ਬੇਵਕੂਫ ਹਾਂ, ਅਸੀਂ ਲੋਕਾਂ ਦੀਆਂ ਗੱਲਾਂ ਪਿੱਛੇ ਲੱਗਦੇ ਹਾਂ। ਅਨੰਦਪੁਰ ਸਾਹਿਬ ਦੇ ਜੇ ਮਤੇ ਪੜ੍ਹੀਏ ਤਾਂ ਸਾਫ਼ ਤੌਰ ਤੇ ਜ਼ਾਹਿਰ ਹੁੰਦਾ ਕਿ ਇਹ ਮੰਗਾਂ ਯਾਰ ਸਾਂਝੀਆਂ ਸੀ, ਇਹ ਸਾਂਝੇ ਪੰਜਾਬ ਦੀਆਂ ਸੀ। 18ਵਾਂ ਮਤਾ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ, ਉਹਦੇ 'ਚ ਇੱਕ ਗੱਲ ਸੀ ਕਿ ਕਿਸੇ ਵੀ ਔਰਤ ਦਾ ਕੋਈ ਵੀ ਜ਼ੁਲਮ ਹੋਵੇ, ਉਹਨੂੰ ਥਾਣੇ 'ਚ ਨਹੀਂ ਰੱਖਿਆ ਜਾ ਸਕਦਾ। ਦੱਸੋ, ਤੁਹਾਨੂੰ ਲੱਗਦਾ ਕਿ ਇਹ ਮੰਗ ਸਿੱਖਾਂ ਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਮੰਗ ਹਿੰਦੂਆਂ ਦੀ ਹੈ? ਇਹ ਸਾਂਝੀ ਮੰਗ ਸੀ। ਔਰਤਾਂ ਕੱਲਾਂ ਸਿੱਖਾਂ ਦੀਆਂ ਹੀ ਹੈ ਜਾਂ ਔਰਤਾਂ ਕੱਲੇ ਹਿੰਦੂਆਂ ਦੀਆਂ ਹੀ ਨੇ? ਸਾਰਿਆਂ ਦੀਆਂ ਨੇ। ਸੋ ਇਸ ਕਰਕੇ ਸਾਂਝੇ ਹੋਣਾ ਸਿੱਖੋ। ਇਹ ਨਾ ਦੇਖੋ ਕਿ ਯਾਰ, ਕਿਉਂਕਿ ਮੈਂ ਮਹਿਸੂਸ ਕੀਤਾ ਬੀਇੰਗ ਅ ਸਿੱਖ, ਮੈਂ ਜਦੋਂ ਬੰਬੇ ਜਾਂ ਦਿੱਲੀ ਜਾਣਾ, ਮੈਂ ਵਿਤਕਰਾ ਮਹਿਸੂਸ ਕੀਤਾ। ਮੈਨੂੰ ਐਂ ਲੱਗਦਾ ਕਿ ਮੇਰੀ ਪੱਗ ਤੋਂ ਜਾਂ ਮੇਰੀ ਦਾੜੀ ਤੋਂ ਲੋਕੀ ਖੌਫਜ਼ਦਾ ਹੁੰਦੇ ਨੇ, ਡਰਦੇ ਨੇ। ਕਿਉਂ ਡਰਦੇ ਨੇ? ਕਿਉਂ ਇਦਾਂ ਲੱਗਦਾ ਕਿ ਮੇਰੇ ਸਿਰ ਤੇ ਪੱਗ ਹੈ ਤੇ ਮੈਂ ਵੱਖਰਾ, ਮੈਂ ਔਡ ਆ, ਆਈ ਡਜ਼ਨਟ ਫਿਟ ਇਨ ਬਿਟਵੀਨ them? ਕਿਉਂ ਲੱਗਦਾ ਇਦਾਂ? ਮੈਨੂੰ ਤੁਹਾਡੀ ਟੋਪੀ ਤੋਂ ਇਤਰਾਜ਼ ਨਹੀਂ, ਮੈਨੂੰ ਤੁਹਾਡੀ ਬੋਦੀ ਤੋਂ ਇਤਰਾਜ਼ ਨਹੀਂ, ਤੁਹਾਨੂੰ ਮੇਰੀ ਪੱਗ ਤੋਂ ਕੀ ਇਤਰਾਜ਼ ਹੈ? ਮੈਂ ਆਪਣੇ ਲਈ ਬੰਨੀ ਹੈ, ਮੈਂ ਆਪਣੀ ਖੁਸ਼ਦਿਲੀ ਲਈ ਬੰਨੀ ਹੈ, ਮੈਂ ਮਾਣ ਮਹਿਸੂਸ ਕਰਦਾ ਹਾਂ ਪੱਗ ਬੰਨ ਕੇ। ਪਰ ਉਹ ਜਿਹੜਾ ਵਿਤਕਰਾ ਸੋ ਕਾਲਡ ਸਾਡੀ ਸੋਚ ਦੇ ਵਿੱਚ ਪਾ ਦਿੱਤਾ। ਤੁਸੀਂ ਸਾਰੇ ਹੀ ਪੜ੍ਹੇ ਲਿਖੇ ਹੋ, ਸਕੂਲਾਂ ਕਾਲਜਾਂ 'ਚ ਪੜ੍ਹੇ ਆ, ਤੁਹਾਡੇ ਸਿੱਖ ਫਰੈਂਡਸ ਵੀ ਹੋਣਗੇ, ਤੁਹਾਡੇ ਮੁਸਲਿਮ ਫਰੈਂਡਸ ਵੀ ਹੋਣਗੇ, ਪਰ ਜਦੋਂ ਕਮਿਊਨਿਟੀ ਦਾ ਮਸਲਾ ਉੱਠਦਾ ਤੇ ਸੋਸ਼ਲ ਮੀਡੀਆ ਤੇ ਸਾਰੇ ਹੀ ਪਾਉਣ ਲੱਗ ਜਾਂਦੇ ਨੇ ਕਿ ਆ ਹਿੰਦੂ ਵਿਰੋਧੀ ਹੈ, ਆ ਸਿੱਖ ਵਿਰੋਧੀ ਆ। ਅਸੀਂ ਟੈਗ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਕਮਿਊਨਿਟੀ 'ਚ ਮਾੜੇ ਬੰਦੇ ਨਹੀਂ ਹੁੰਦੇ ਯਾਰ? ਸਾਰਿਆਂ 'ਚ ਹੁੰਦੇ। ਸੋ ਇਸ ਗੱਲ ਨੂੰ ਸਮਝੋ, ਜਿੰਨਾ ਚਿਰ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਇਹ ਮੰਗਾਂ ਨਹੀਂ ਕਬੂਲ ਹੋਣੀਆਂ। ਇਕੱਠੇ ਹੋਣਾ ਸਿੱਖੋ, ਬਹਿ ਕੇ ਵਿਚਾਰ ਕਰਨੇ ਸਿੱਖੋ। ਟੇਬਲ ਕਾਨਫਰੰਸਿਸ ਦਾ ਮਸਲਾ ਜਿਹੜਾ ਨਾ, ਉਹਨੂੰ ਦਿਮਾਗ 'ਚ ਪਾਉਣਾ ਸਿੱਖੋ ਕਿ ਕਿੱਦਾਂ ਇੱਕ ਸਾਂਝੇ ਟੇਬਲ ਤੇ ਬਹਿ ਕੇ ਗੱਲ ਜਿਹੜੀ ਆ ਉਹ ਸਮਝੀ ਜਾ ਸਕਦੀ ਹੈ, ਸਮਝਾਈ ਜਾ ਸਕਦੀ ਹੈ। ਆਪਣੀ ਕਹਿਣ ਤੋਂ ਪਹਿਲਾਂ ਸੁਣਨੀ ਸਿੱਖੋ। ਹੁਣ ਇੱਥੇ ਥੋੜੀ ਦੇਰ ਪਹਿਲਾਂ ਇੱਕ ਮੀਡੀਆ ਦੇ ਵੀਰ ਜੀ ਸੀਗੇ, ਉਹ ਗੁੱਸਾ ਕਰਕੇ ਕਿ ਤੁਸੀਂ ਮੀਡੀਆ ਤੇ ਉਂਗਲ ਕਿਵੇਂ ਚੁੱਕੀ ਹੈ। ਯਾਰ ਉਂਗਲ ਕਿਹਦੇ ਤੇ ਨਹੀਂ ਚੁੱਕੀ ਜਾਂਦੀ? ਇਹ ਤਾਂ ਇਹੋ ਜਿਹੀ ਗੱਲ ਨਹੀਂ। ਹਰ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਮਾੜਾ ਬੰਦਾ ਤਾਂ ਹੁੰਦਾ ਹੀ ਹੈ। ਜੇ ਤੁਹਾਡੇ 'ਚ ਵੀ 4 ਮਾੜੇ ਹੈਗੇ ਤੇ ਗੁੱਸਾ ਕਰਨ ਵਾਲੀ ਗੱਲ ਹੈ ਨਹੀਂ ਨਾ? ਬਾਕੀ ਸਾਰੇ ਵੀ ਤਾਂ ਸੀਗੇ, ਉਹਨਾਂ ਭਾਈ ਸਾਹਿਬ ਨੂੰ ਜ਼ਿਆਦੀਆਂ ਮਿਰਚਾਂ ਲੱਗੀਆਂ। ਸੋ ਸਹਿਣ ਸ਼ਕਤੀ ਆਪਣੀ ਵਧਾਓ, ਆਪਣੇ ਅੰਦਰ ਇੰਨੀ ਕੁ ਦ੍ਰਿੜਤਾ ਲੈ ਕੇ ਆਓ ਕਿ ਨਿੱਕੀਆਂ ਗੱਲਾਂ ਤੁਹਾਨੂੰ ਹਿਲਾ ਨਾ ਸਕਣ। ਇਕੱਠੇ ਹੋ ਕੇ ਚੱਲਣ ਦੀ ਆਦਤ ਪਾਓ। ਆਪਣੇ ਆਪ ਨੂੰ ਇੰਨਾ ਕੁ ਸਮਝਾ ਕੇ ਰੱਖੋ ਕਿ ਉਹ ਵਿਤਕਰਾ ਪਾਉਣਾ ਚਾਹੁੰਦੇ ਨੇ ਪਰ ਤੁਸੀਂ ਪੈਣ ਨਹੀਂ ਦੇਣਾ। ਅਖੀਰ ਤੇ ਮੈਂ, ਲੱਖੇ ਭਾਜੀ ਹੁਣੀ ਬੈਠੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਗਾਣਾ ਜ਼ਰੂਰ ਸੁਣਨਾ ਹੈ ਤੁਹਾਡੇ ਕੋਲੋਂ, ਉਹ ਮੈਂ ਤੁਹਾਨੂੰ ਸੁਣਾ ਕੇ ਜਾਊਂਗਾ। ਪਰ ਉਸ ਗਾਣੇ ਦਾ ਪਹਿਲਾਂ ਹੀ ਮੈਂ ਸਾਰ ਭਾਵ ਦੱਸ ਦੇਵਾਂ ਕਿ ਬੰਦੂਕਾਂ ਬੀਜਣ ਦਾ ਮਤਲਬ ਵਿਚਾਰ ਬੀਜਣਾ ਹੈ। ਇੱਥੇ ਬੰਦੂਕ ਕਿੰਨੇ ਬੀਜੀ ਸੀ? ਭਗਤ ਸਿੰਘ ਨੇ। ਤੇ ਪਿਸਟਲ ਨੂੰ ਹੱਥ ਕਦੋਂ ਪਾਇਆ ਸੀ? ਅਖੀਰ ਤੇ ਜਾ ਕੇ। ਪਹਿਲਾਂ ਉਸ ਸੰਘਰਸ਼ ਚੋਂ ਲੰਘ ਲਿਓ, ਫਿਰ ਬੰਦੂਕ ਬੀਜਿਓ। ਉਹ ਸੰਘਰਸ਼ ਦੇਖ ਲਿਓ, ਪਹਿਲਾਂ ਭਗਤ ਸਿੰਘ ਦਾ ਸੰਘਰਸ਼ ਕੀ ਸੀ, ਜਾਂ ਊਧਮ ਸਿੰਘ ਨੇ 32 ਸਾਲ ਕਿੱਦਾਂ ਵੇਟ ਕੀਤੀ ਸੀ ਲੰਡਨ ਪਹੁੰਚਣ ਲਈ, ਕੀ ਮਿਹਨਤ ਕੀਤੀ ਸੀ ਉਹਨੇ। ਜਾਂ ਗਦਰੀ ਬਾਬਿਆਂ ਦਾ ਇਤਿਹਾਸ ਇੱਕ ਵਾਰੀ ਪੜ੍ਹ ਲਿਓ, ਤੁਹਾਨੂੰ ਲੱਗਦਾ ਨਾ ਵੀ ਉਹ ਖਾੜਕੂ ਸੀ। ਸਬਰ ਦੇਖਿਓ, ਸੰਤੋਖ ਦੇਖਿਓ। ਯਾਰ ਬੋਤਾ ਸਿੰਘ, ਗਰਜਾ ਸਿੰਘ 2 ਜਾਣੇ ਸੀ, ਤੁਸੀਂ ਦੇਖੋ ਕਿੰਨੇ ਹੋ।
फिर भी साढ़े च उन्हां वर्गा विश्वास है नहीं, फिर भी असी डरते हैं। क्यों डरते हैं? सिस्टम ने डरा के रखा होया, मन च डर बिठा दिता थोड़े। सानू लगता है कि नहीं यार उत्थे डांगा पैणियां, घरों निकलन लग्या घर दे कहंदे ओ तू कुछ उत्थे इदां दा ना बोली उदां दा ना बोली, डांगा पै जाणगियां। क्यों? साडे ज़मीर इन्ने कच्चे आ भी दो डांगा ना टुट जाणगे यार। जे इहे जे तो फिर असी रोज़ दी मौत मर रहे हैं, उस मौत नालों एक वारी मरना मैनूं ज़्यादा कबूल है। मैं इत्थे हुण गीत थोड़े रूबरू करदा। बहुत हंडाली पीड़ तेरे, ओए बहुत हंडाली पीड़ तेरे, मत रहे सलूकां दी, बीजण ते मजबूर करी ना फसल बंदूकां दी। ओ बीजण ते मजबूर करी ना फसल बंदूकां दी। बहुत हंडाली पीड़ तेरे, मत रहे सलूकां दी, बीजण ते मजबूर करी ना फसल बंदूकां दी। बीजण ते मजबूर करी ना फसल बंदूकां दी। हक्कां विचों जंग ना उठ पे, इन्हां मंगां विचों जंग ना उठ पे, ओए हक हकूकां दी, बीजण ते मजबूर करी ना फसल बंदूकां दी। बीजण ते मजबूर करी ना फसल बंदूकां दी। सो अखीर ते मैं फिर यही सम अप करदा। परमपाल वीर जी की बेनती है कि एक गीत होर, मिट्टी दे पुत्रो वे। हक्कां दी जंग है वीरो, सबरां नाल लड़नी पैनी। हक्कां दी जंग है वीरो, सबरां नाल लड़नी पैनी। चली जो चाल समय ने अकलां नाल फड़नी पैनी। समझां नाल मिथों निशाने गल्लां दे विच ना आओ, मिट्टी दे पुत्रो वे। अकलां नूं तार लगाओ, मिट्टी दे पुत्रो वे। अकलां नूं तार लगाओ, मिट्टी दे पुत्रो वे। मैलां दी अख जी दे ते फिकरां उस बाग दियां ने। मैलां दी अख जी दे ते फिकरां उस बाग दियां ने। जाति जा धर्म दियां नहीं, मंगा पंजाब दियां ने। जाति जा धर्म दियां नहीं, मंगा पंजाब दियां ने। पाउंदे ने ओ वखरे में, एक हो के तुसी दिखाओ, मिट्टी दे पुत्रो वे। अकलां नूं तार लगाओ, मिट्टी दे पुत्रो वे। अकलां नूं तार लगाओ, मिट्टी दे पुत्रो वे। सो बेनती अखीर ते फिर यही, खास करके नौजवान वर्ग नूं अपनी गल नूं समझना, उस तो बाद रखना सीखो। अपने हक समझने सीखो, कित्थे गल करनी है, किवें करनी है। क्योंकि जे तुसी कलम दा जवाब पत्थर ना दोगे तो तुहानूं टैररिस्ट कहणगे। कलम का जवाब कलम नाल देना सीखो। जिदन इट आओगी उदन पत्थर नाल भी दवांगे, पर अजे पत्थर का टाइम नहीं आया, अजे बंदूकों का टाइम नहीं आया, अजे टाइम अकलां दा आ। क्योंकि बंदूकों नाल आपां पहला भी संताप हंडा चुके हैं। अजे साडी जवानी नूं इस चीज़ की लोड़ नहीं। अजे तुहानूं तुहाडी एग्जिस्टेंस नूं साबित करन दी लोड़ है कि यस वी एग्जिस्ट एंड साडियां भी लोड़ां थोड़ा हैगियां ने। यस साडे हक इत्थे इत्थे मरे ने, असी लैणे जानते हैं। सो उन्हां हक्कां वास्ते जिहड़ी सबर की जंग है, इस सबर नाल ही नेपरे चढ़नी है। सो बहुत शाबाशी तुहानूं जेड़े पहुंचे आ इत्थे, जेड़े नहीं पहुंचे उन्होंने प्रेरित करो। अजे भी सुत्ते आ विचारे, है तो साडे चों ही सुत्ते ने विचारे, जगाओ उन्होंने। तुहानूं बेनती है सारिआं नूं, अपने अपने लैवल ते ग्राउंड लैवल ते तुसीं साडे नालों ज़्यादा लोकां नूं मिलदे हो दिन दे विच, जिन्ना हो सकदा उन्हां नूं समझाउण दी कोशिश करो कि ये मंग जिहड़ी है ये सिर्फ एक जाति दी, एक फिरके दी नहीं, ये साडी सारिआं दी सांझी है। सो एक बारी मेरे नाल नारा बुलंद करो, किसान मजदूर संघर्ष एकता जिंदाबाद जिंदाबाद। ठीक है जी, वाहिगुरू जी का खालसा, वाहिगुरू जी की फतेह। करा देंगे ठोक के।
ਪਹਿਰਾ ਗਿਆਂਗੇ ਠੋਕ ਕੇ। ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ, ਪੰਜਾਬ ਦਾ ਸ਼ਹਿਰੀ, ਪੰਜਾਬ ਦਾ ਸ਼ਹਿਰੀ। ਸੋ ਆਇਆਂ ਦਾ ਬਹੁਤ ਬਹੁਤ ਧੰਨਵਾਦ। ਵੈਸੇ ਤਾਂ ਧੰਨਵਾਦ ਵਾਲੀ ਕੋਈ ਗੱਲ ਬਣਦੀ ਨਹੀਂ ਹੈ, ਕਿਉਂਕਿ ਤੁਹਾਡਾ ਆਪਣਾ ਜ਼ਮੀਰ ਸੀ, ਤੁਹਾਡੀ ਆਪਣੀ ਡਿਊਟੀ ਬਣਦੀ ਸੀ। ਅਸੀਂ ਤਾਂ ਇੱਕ ਛੋਟਾ ਜਿਹਾ ਸਿਰਫ ਉਪਰਾਲਾ ਕੀਤਾ। ਸੋ ਅਗਲੇ ਜਿਹੜੇ ਆਉਣ ਵਾਲੇ ਸ਼ਹਿਰਾਂ ਦੇ ਜਿਹੜੇ ਹੈਗੇ ਆ ਧਰਨੇ, ਉਹ ਤੁਹਾਡੇ ਨਾਲ ਰਾਬਤਾ ਕਰਦੇ ਜਾਣਗੇ। ਤੇ ਜੇ ਤੁਹਾਡੇ ਕੋਲੋਂ ਕਿਸੇ ਸ਼ਹਿਰ ਦੀ ਕੋਈ ਟੀਮ ਹੈਗੀ ਹੈ ਜਿਹੜੀ ਆਰਗੇਨਾਈਜ਼ ਕਰਨਾ ਚਾਹੁੰਦੀ ਹੈ, ਜਿਹੜੀ ਆਰਗੇਨਾਈਜ਼ ਕਰ ਸਕਦੀ ਹੈ, ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਜੀ। ਇੱਕ ਵਾਰੀ ਫੇਰ ਆਇਆਂ ਦਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।